हेलो दोस्तों, नमस्कार, गुड मॉर्निंग। उम्मीद करते हैं कि ਤੁਸੀਂ ਜਿੱਥੇ ਵੀ ਹੋਵੋਗੇ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ। ਦੋਸਤੋ ਅੱਜ ਆਪਾਂ ਇੱਕ ਬਹੁਤ ਹੀ ਇੰਪੋਰਟੈਂਟ ਮੁੱਦੇ ਤੇ ਗੱਲ ਕਰਨ ਲੱਗੇ ਹਾਂ। ਭਾਰਤੀਆਂ ਨਾਲ ਰਿਲੇਟਡ ਆਪਾਂ ਸਵਾਲ ਜਵਾਬ ਆ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਉਸ ਤੋਂ ਪਹਿਲਾਂ ਜਿਨ੍ਹਾਂ ਨੇ ਵੀ ਇਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਸਬਸਕ੍ਰਾਈਬ ਕਰ ਲਿਓ। ਇੱਕ ਬੈਲ ਆਈਕਨ ਦਾ ਬਟਨ ਨਾਲ ਦਿੱਤਾ ਹੋਇਆ ਹੈਗਾ, ਤਾਂ ਉਹਨੂੰ ਪ੍ਰੈਸ ਕਰ ਦਿਓ ਤਾਂ ਕਿ ਸਮੇਂ-ਸਮੇਂ 'ਤੇ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ। ਇਸ ਵੀਡੀਓ ਨੂੰ ਪੂਰੀ ਵੇਖਿਓ ਕਿਉਂਕਿ ਆਪਾਂ ਬਹੁਤ ਹੀ ਇੰਪੋਰਟੈਂਟ ਮੁੱਦਿਆਂ 'ਤੇ ਗੱਲ ਕਰਨ ਲੱਗੇ ਹਾਂ। ਅਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਪੰਜਾਬ ਦੇ ਵਸਨੀਕ ਕੋਲ ਇਹ ਵੀਡੀਓ ਪਹੁੰਚ ਸਕੇ। ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਬਾਰਡ ਅਟੈਂਡੈਂਟ ਦੀ ਭਰਤੀ ਬਾਰੇ। ਬਾਬਾ ਫਰੀਦ ਯੂਨੀਵਰਸਿਟੀ ਨੇ ਇਹ ਪੇਪਰ ਕੰਡਕਟ ਕਰਵਾਇਆ ਹੈਗਾ। ਸਤੰਬਰ 2020 ਦੇ ਵਿੱਚ ਇਹ ਭਰਤੀ ਨਿਕਲੀ ਸੀ ਅਤੇ ਲਗਭਗ 1 ਸਾਲ ਤੋਂ ਵੱਧ ਸਮਾਂ ਤੋਂ ਬਾਅਦ ਇਹ ਪੇਪਰ 14 ਨਵੰਬਰ 2021 ਨੂੰ ਕਰਵਾਇਆ ਗਿਆ ਹੈਗਾ। ਇਹਦੀ ਡਾਕੂਮੈਂਟ ਵੈਰੀਫਿਕੇਸ਼ਨ ਵੀ ਹੋ ਗਈ ਔਰ 308 ਸਟੂਡੈਂਟ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਜੁਆਇਨਿੰਗ ਲੈਟਰ ਵੀ ਮਿਲ ਗਿਆ, ਉਹਨਾਂ ਨੇ ਜੁਆਇਨ ਵੀ ਕਰ ਲਿਆ ਹੈਗਾ। ਪਰ ਇਹਦੀ ਫਾਈਨਲ ਲਿਸਟ ਹਜੇ ਤੱਕ ਜਾਰੀ ਨਹੀਂ ਕੀਤੀ ਸਰਕਾਰ ਨੇ ਜਾਂ ਡਿਪਾਰਟਮੈਂਟ ਨੇ। ਇਹਦੀ ਵੇਟਿੰਗ ਲਿਸਟ ਬਣੂਗੀ ਜਾਂ ਨਹੀਂ ਬਣੂਗੀ ਕੁਛ ਵੀ ਨਹੀਂ ਦੱਸਿਆ ਸਰਕਾਰ ਨੇ ਹਜੇ ਤੱਕ। ਡੀ ਗਰੁੱਪ ਦੀ ਭਰਤੀ ਆ, ਬਹੁਤ ਕੈਂਡੀਡੇਟ ਹੋਰ ਪਾਸੇ ਸਿਲੈਕਟ ਹੋਣਗੇ, C ਕਲਾਸ ਦੇ ਵਿੱਚ, B ਕਲਾਸ ਦੇ ਵਿੱਚ ਛੱਡ ਕੇ ਜਾਣਗੇ। ਸੁਭਾਵਿਕ ਆ ਕਿ ਇਹ ਪੋਸਟਾਂ ਉਹਨਾਂ ਲਈ ਅਖੀਰਲੀ ਪ੍ਰੈਫਰੈਂਸ ਹੋਊਗੀ। ਪਰ ਇਹਦੀ ਵੇਟਿੰਗ ਲਿਸਟ ਬਾਰੇ ਹਜੇ ਤੱਕ ਕਿਸੇ ਨੂੰ ਕੁਛ ਨਹੀਂ ਪਤਾ ਗਾ। ਉਸ ਤੋਂ ਬਾਅਦ ਗੱਲ ਕਰਾਂਗੇ ਆਪਾਂ ਪੰਜਾਬ ਪੁਲਿਸ ਦੀ। ਕੋਡ ਆਫ ਕੰਡਕਟ ਲੱਗਣ ਤੋਂ ਸਿਰਫ 1 ਘੰਟਾ ਪਹਿਲਾਂ ਦਾ ਰਿਜ਼ਲਟ ਡਿਕਲੇਅਰ ਕੀਤਾ ਜਾਂਦਾ ਗਾ। ਕਿੰਨੀ ਸ਼ਰਮ ਦੀ ਗੱਲ ਆ ਕਿ ਪਹਿਲਾਂ ਤੁਸੀਂ 1 ਮਹੀਨਾ ਸੁੱਤੇ ਪਏ ਸੀਗੇ। ਸਰਕਾਰ ਕਰ ਸਕਦੀ ਸੀ ਇਹਦੀ ਜੁਆਇਨਿੰਗ ਵੀ ਕਰਵਾ ਸਕਦੀ ਸੀ, ਪਰ ਉਹਨਾਂ ਨੇ ਕੀਤਾ ਨਹੀਂ ਹੈਗਾ। ਸਿਰਫ ਵੋਟਾਂ ਦਾ ਇੱਕ ਲੈਣ ਮਾਰੇ ਨੇ ਇਹ ਮੌਕੇ 'ਤੇ ਕੀਤਾ ਗਾ। ਇਹਦੀ ਵੀ ਵੇਟਿੰਗ ਲਿਸਟ ਨਹੀਂ ਬਣਦੀ ਗੀ ਕਿਉਂਕਿ ਇਹ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੋਇਆ ਹੈਗਾ। ਬਹੁਤ ਸਾਰੇ ਜਿਹੜੇ ਕਾਂਸਟੇਬਲ ਸਿਲੈਕਟਡ ਆ ਲਿਸਟ ਦੇ ਵਿੱਚ ਜਿਨ੍ਹਾਂ ਦਾ ਨਾਮ ਆ, ਉਹਨਾਂ ਦਾ ਪਟਵਾਰੀ ਵੀ ਕਲੀਅਰ ਆ, ਉਹਨਾਂ ਦਾ ਕੋਆਪਰੇਟਿਵ ਵੀ ਕਲੀਅਰ ਆ, ਉਹਨਾਂ ਦੇ ਹੋਰ ਵੀ ਪੇਪਰ ਜਿਹੜੇ ਕਾਂਸਟੇਬਲ ਤੋਂ ਥੋੜ੍ਹੀ ਜਿਹੀ ਉੱਚੀ ਕਲਾਸ ਦੇ ਆ ਉਹ ਉਹਨਾਂ ਦੇ ਕਲੀਅਰ ਆ, ਅਤੇ ਉਹ ਉੱਧਰ ਪ੍ਰੈਫਰੈਂਸ ਕਰਨਗੇ, ਉਹਨੂੰ ਪ੍ਰੈਫਰੈਂਸ ਦੇਣਗੇ ਤਾਂ ਉਹ ਛੱਡ ਕੇ ਜਾਣਗੇ ਕਾਂਸਟੇਬਲ ਨੂੰ। ਇੱਕ ਵਾਰ ਜੁਆਇਨਿੰਗ ਜ਼ਰੂਰ ਕਰਨੀ ਪਊਗੀ ਉਹਨਾਂ ਨੂੰ ਕਿਉਂਕਿ ਕੋਈ ਵੀ ਕੈਂਡੀਡੇਟ ਮੌਕਾ ਨਹੀਂ ਗਵਾਉਣਾ ਚਾਹੁੰਦਾ ਗਾ। 5 ਸਾਲਾਂ ਬਾਅਦ ਸਰਕਾਰ ਮੌਕਾ ਦਿੰਦੀ ਆ। ਫਿਰ SI ਇੰਟੈਲੀਜੈਂਸ ਦਾ ਪੇਪਰ ਕੰਡਕਟ ਕਰਵਾਉਣ ਤੋਂ ਬਾਅਦ ਇਹ ਪੇਪਰ ਲੀਕ ਹੋ ਗਿਆ ਅਤੇ ਪੇਪਰਾਂ ਨੂੰ ਰੱਦ ਕਰ ਦਿੱਤਾ ਗਿਆ। 2 ਮਹੀਨਿਆਂ ਦਾ ਸਮਾਂ ਹੋ ਗਿਆ, ਸਰਕਾਰ ਨੇ ਪੇਪਰ ਨਹੀਂ ਲੈ ਸਕੀ। ਕੋਈ ਉਦ ਸਿੱਧ ਨਹੀਂ ਇਹਨਾਂ ਬਾਰੇ। ਫਿਰ ਹੈੱਡ ਕਾਂਸਟੇਬਲ, ਇਸ ਭਾਰਤੀ ਨੂੰ ਠੰਡੇ ਵਾਸਤੇ 'ਚ ਪਤਾ ਗਾ, ਕੋਈ ਪਤਾ ਨਹੀਂ ਕਿੱਥੇ ਕੀ ਕੁਛ ਹੋਈ ਜਾਂਦਾ ਇਹਦੇ ਬਾਰੇ। ਪੇਪਰ ਜ਼ਰੂਰ ਇਹਦਾ ਲੈ ਲਿਆ ਗਾ ਪਰ ਉਸ ਤੋਂ ਬਾਅਦ ਇਹਦਾ ਕੁਛ ਨਹੀਂ ਬਣਿਆ ਹੈਗਾ। ਪੰਜਾਬ ਪੁਲਿਸ ਦੀਆਂ ਜਿੰਨੀਆਂ ਵੀ ਭਰਤੀਆਂ ਇਹਨਾਂ ਨੇ ਕੱਢੀਆਂ ਨਾ, ਕਿਸੇ ਦਾ ਵੀ ਵੇਟਿੰਗ ਲਿਸਟ ਨਹੀਂ ਬਣਦੀ ਗੀ। ਇਹ ਇਹਨਾਂ ਨੇ ਨੋਟੀਫਿਕੇਸ਼ਨ ਦੇ ਵਿੱਚ ਬਕਾਇਦਾ ਲਿਖਿਆ ਹੋਇਆ ਹੈਗਾ। ਉਸ ਤੋਂ ਬਾਅਦ ਗੱਲ ਕਰਾਂਗੇ ਆਪਾਂ PSPCL ਦੀ। PSPCL ਦੇ 2 ਪੇਪਰ ਲੈਣੇ ਡਿਪਾਰਟਮੈਂਟ ਨੇ। PSPCL 'ਚ ਇੱਕ ਤਾਂ ਕਲਰਕ ਰੱਖਣੇ, ਇੱਕ ਲਾਈਨਮੈਨ ਰੱਖਣੇ ਆ, ਇੱਕ JE ਵਗੈਰਾ ਰੱਖਣੇ ਆ। ਇਹ 2 ਪੇਪਰ ਕੰਡਕਟ ਕਰਵਾਉਣੇ ਆ। ਇੱਕ ਪੇਪਰ ਇਹਦਾ ਹੋ ਗਿਆ ਗਾ ਅਤੇ ਇੱਕ ਹੋਣਾ ਗਾ। ਵੇਖੋ ਸਾਰੀਆਂ ਭਰਤੀਆਂ ਦੇ ਇੱਕ ਸਿੰਗਲ ਪੇਪਰ ਆ ਪਰ ਇਹਦੇ 2 ਪੇਪਰ ਰੱਖੇ ਗਏ। ਇਸ ਤੋਂ ਪਹਿਲਾਂ ਇਹਦਾ 1 ਪੇਪਰ ਹੁੰਦਾ ਸੀਗਾ ਗਾ। ਇੱਕ ਪੇਪਰ ਨਾਲ ਕੈਂਡੀਡੇਟਾਂ ਨੂੰ ਚੁਣਿਆ ਜਾ ਸਕਦਾ ਸੀਗਾ ਕਿ ਉਹਨਾਂ ਨੂੰ ਜੁਆਇਨਿੰਗ ਲੈਟਰ ਦਿੱਤੇ ਜਾ ਸਕਦੇ ਸੀ, ਪਰ ਸਰਕਾਰ ਨੇ ਐਵੇਂ ਨਹੀਂ ਕੀਤਾ ਗਾ। ਇਹ ਭਰਤੀ ਵੀ ਠੰਡੇ ਵਾਸਤੇ 'ਚ ਪਾਤੀ ਆ।
ਪਟਵਾਰੀ ਪੰਜਾਬ ਦੇ ਉਮੀਦਵਾਰਾਂ ਦੀ ਸਭ ਤੋਂ ਪਸੰਦੀਦਾ ਪੋਸਟ ਹੈ ਪਟਵਾਰੀ। ਜਨਵਰੀ 2021 ਦੇ ਵਿੱਚ ਇਹ ਵੈਕੈਂਸੀ ਓਪਨ ਹੋਈ ਸੀ। 2 ਵਾਰੀ ਇਹਦਾ ਪੇਪਰ ਕੈਂਸਲ ਕਰਤਾ ਹੈਗਾ। ਇਹਦੇ 2 ਪੇਪਰ ਕੰਡਕਟ ਕਰਵਾਉਣੀ ਸਰਕਾਰ ਨੇ। ਘੱਟੋ ਘੱਟ 2 ਮਹੀਨੇ ਪਹਿਲਾਂ ਇਹਦੇ ਪੇਪਰ ਵੀ ਹੋ ਗਿਆ, ਇਹਦੀ DV ਵੀ ਹੋ ਗਈ, ਡਾਕੂਮੈਂਟ ਵੈਰੀਫਿਕੇਸ਼ਨ ਵੀ ਹੋ ਗਈ, ਇਹਦੀ ਸਭ ਕੁਝ ਹੋ ਗਿਆ, ਪਰ ਇਹਦੀ ਜੁਆਇਨਿੰਗ ਨਹੀਂ ਕਰਵਾਈ ਗਈ ਅਖੀਰ ਤੱਕ। ਸਰਕਾਰ ਕੋਲ ਘੱਟੋ ਘੱਟ 1 ਮਹੀਨੇ ਦਾ ਸਮਾਂ ਸੀਗਾ ਗਾ ਇਹਦੀ ਜੁਆਇਨਿੰਗ ਕਰਵਾਉਣ ਵਾਸਤੇ, ਪਰ ਸਰਕਾਰ ਨੇ ਉਧਰ ਧਿਆਨ ਨਹੀਂ ਦਿੱਤਾ ਗਾ। ETT ਮਾਸਟਰ ਮੈਂ ਤਾਂ ਕਦੇ ਕਹਿਣਾ ਨਾ ਕਿ ETT ਮਾਸਟਰ ਸਿਰਫ ਡਾਂਗਾ ਖਾਣ ਵਾਸਤੇ ਬਣੇ ਆ, ਨਾ ਕਿ ਪੜ੍ਹਾਉਣ ਵਾਸਤੇ। 2 ਵਾਰ ਇਹਦਾ ਪੇਪਰ ਕੈਂਸਲ ਹਾਈ ਕੋਰਟ ਵੱਲੋਂ ਕੈਂਸਲ ਕਰ ਦਿੱਤਾ ਗਿਆ, ਕਿਉਂਕਿ ਬਹੁਤ ਜ਼ਿਆਦਾ ਕਮੀਆਂ ਸੀਗੀਆਂ ਇਹਦੀ ਨੋਟੀਫਿਕੇਸ਼ਨ ਦੇ ਵਿੱਚ। ਇਹਦਾ ਜਿਹੜਾ ਸਾਰੀ ਇਹਦਾ ਪ੍ਰੋਸੈਸ ਸੀਗਾ ਗਾ, ਜਿਹੜੀ ਹੁਣ 6400 ਪਲੱਸ ਦੀ ਭਰਤੀ ਚੱਲੀ ਜਾਂਦੀ ਹੈ, ਉਹ 'ਤੇ ਵੀ ਹਾਈ ਕੋਰਟ ਦੇ ਵਿੱਚ ਕੇਸ ਆ, ਪਰ ਅਜੇ ਸਟੇ ਨਹੀਂ ਹੋਇਆ। ਇਹਦੀ ਡਾਕੂਮੈਂਟ ਵੈਰੀਫਿਕੇਸ਼ਨ ਵੀ ਹੋਈ ਜਾਂਦੀ ਆ, ਪਰ ਐਵੇਂ ਨਹੀਂ ਪਤਾ ਇਹਦਾ ਬਣੂਗਾ ਕੀ। ਕਲਰਕ ਘੱਟੋ ਘੱਟ 5000 ਤੋਂ ਪਲੱਸ ਕਲਰਕਾਂ ਦੀ ਲੋੜ ਆ ਪੰਜਾਬ ਦੇ ਵਿੱਚ ਵੱਖ-ਵੱਖ ਡਿਪਾਰਟਮੈਂਟਾਂ 'ਚ, ਪਰ ਇਹਨਾਂ ਨੇ 2700 ਤੋਂ ਪਲੱਸ ਕੁਛ ਜਿਹੜੇ ਕਲਰਕ ਰੱਖਣ ਦੀਆਂ ਵੈਕੈਂਸੀਜ਼ ਓਪਨ ਕੀਤੀ ਆ। ਇਹਦਾ ਪੇਪਰ ਵੀ ਹੋ ਗਿਆ ਗਾ, ਰਿਜ਼ਲਟ ਵੀ ਆ ਗਿਆ ਗਾ, ਪਰ ਇਹਦੀ ਟਾਈਪਿੰਗ ਟੈਸਟ ਦਾ ਜੀ ਕੋਈ ਵੀ ਨਹੀਂ ਪਤਾ ਗਾ ਕਿ ਕਦੋਂ ਕੀ ਕੁਛ ਲੈਣਾ, ਕਦੋਂ ਲੈਣਾ ਗਾ। ਪਤਾ ਨਹੀਂ ਸਰਕਾਰਾਂ ਐਵੇਂ ਕਿਉਂ ਕਰਦੀਆਂ। ਅਖੀਰ 5 ਸਾਲ ਸੁੱਤੀਆਂ ਰਹਿੰਦੀਆਂ ਗਾ, ਅਖੀਰ 'ਤੇ ਜਾ ਕੇ ਇਹ ਸਾਰੇ ਪੇਪਰ ਲੈ ਜਾਂਦੇ ਆ, ਪੋਸਟਾਂ ਕੱਢੀਆਂ ਜਾਂਦੀਆਂ ਗਾ। ਕੋਆਪਰੇਟਿਵ ਕਲਰਕ ਇੱਕ ਮੈਨੇਜਰ, ਇਹਦੀ ਜੁਆਇਨਿੰਗ ਲਗਭਗ ਹੋ ਗਈ, ਇੱਕੋ ਇੱਕ ਆ ਜਿਹਦੀ ਜੁਆਇਨਿੰਗ ਕਰਵਾਈ ਆ, ਪਰ ਇਹਦੀ ਵੀ ਵੇਟਿੰਗ ਲਿਸਟ ਨਹੀਂ ਬਣਦੀ ਗੀ, ਅਤੇ ਨਾ ਹੀ ਬਣੇ ਪਟਵਾਰੀ ਦੀ। ਬਹੁਤ ਸਾਰੇ ਜਿਹੜੇ ਕੋਆਪਰੇਟਿਵ ਦੇ ਕਲਰਕ ਦੇ ਉਮੀਦਵਾਰ ਆ, ਉਹਨਾਂ ਦਾ ਪਟਵਾਰੀ ਕਲੀਅਰ ਆ, ਲਗਭਗ 90 ਜਾਣੇ ਕਹੇ ਜਾਂਦੇ ਆ, ਤਾਂ ਉਹ ਪਟਵਾਰੀ ਨੂੰ ਪ੍ਰੈਫਰੈਂਸ ਦੇਣਗੇ, ਨਾ ਕਿ ਕਲਰਕ ਨੂੰ, ਕਿ ਉਹ ਪੋਸਟਾਂ ਖਾਲੀ ਰਹਿਣੀਆਂ ਜਦੋਂ ਇਹਦੀ ਵੇਟਿੰਗ ਲਿਸਟ ਨਹੀਂ ਬਣਦੀ ਗੀ। ਸਰਕਾਰ ਨੇ 2 ਵਾਰੀ ਇਹ ਚੀਜ਼ ਨੂੰ ਮੰਨ ਲਿਆ ਕਿ ਇਹ ਗਲਤੀ ਹੋਈ ਹੈ ਸਾਡੇ ਤੋਂ, ਪਰ ਸਰਕਾਰ ਨੇ ਕੋਈ ਵੀ ਓਫੀਸ਼ੀਅਲੀ ਨੋਟੀਫਿਕੇਸ਼ਨ ਜਾਂ ਕੋਈ ਓਫੀਸ਼ੀਅਲੀ ਬਿਆਨ ਨਹੀਂ ਦਿੱਤਾ ਗਾ ਕਿ ਅਸੀਂ ਇਹਦੀ ਵੇਟਿੰਗ ਲਿਸਟ ਜਾਰੀ ਕਰ ਰਹੇ ਹਾਂ। ਨਾ ਤਾਂ ਇਹ ਪੰਜਾਬ ਪੁਲਿਸ ਦੀ ਵੇਟਿੰਗ ਲਿਸਟ ਆ, ਨਾ ਪਟਵਾਰੀ ਦੀ, ਨਾ ਹੀ ਕੋਆਪਰੇਟਿਵ ਦੀ, ਅਤੇ ਵਾਰਡ ਅਟੈਂਡੈਂਟ ਦਾ ਵੀ ਨਹੀਂ ਕੁਛ ਪਤਾ ਹਜੇ ਤੱਕ। ਹੁਣ ਸਵਾਲ ਖੜ੍ਹਾ ਹੁੰਦਾ ਕਿ ਸਰਕਾਰਾਂ ਸਾਡੇ ਬਾਰੇ ਕਿਉਂ ਨਹੀਂ ਸੋਚਦੀਆਂ ਗਾ, ਕਿ ਅਖੀਰਲੇ 5 ਸਾਲ ਇਹਨਾਂ ਨੂੰ ਯਾਦ ਆਉਂਦੀ ਹੈ 5 ਸਾਲਾਂ ਬਾਅਦ, ਕਿ ਹੁਣ ਕੋਡ ਆਫ ਕੰਡਕਟ ਲੱਗ ਗਿਆ, ਹੁਣ 5 ਸਾਲ ਫਿਰ ਇੰਤਜ਼ਾਰ ਕਰਨਾ ਪਊਗਾ ਉਮੀਦਵਾਰਾਂ ਨੂੰ, ਕਿ ਇਹ ਭਰਤੀਆਂ ਨਵੀਂ ਸਰਕਾਰ ਵਿੱਚ ਆ ਕੇ ਉਹ ਪੂਰੀਆਂ ਕਰਵਾਈਆਂ ਜਾਣੀਆਂ, ਜਾਂ ਪਹਿਲਾਂ ਇੱਕ ਜਿਹੜਾ ਕਲਚਰ ਪੰਜਾਬ ਦਾ ਚੱਲਦਾ ਗਾ, ਨਵੀਂ ਸਰਕਾਰ ਬਣਦੀ ਹੈ ਤਾਂ ਉਹ ਪਿਛਲੀ ਸਰਕਾਰ ਦਾ ਜਿਹੜਾ ਕੁਛ ਹੁੰਦਾ ਗਾ ਉਹ ਕੈਂਸਲ ਕਰ ਦਿੱਤਾ ਜਾਂਦਾ। ਜੇ ਸਰਕਾਰ ਬਦਲ ਜੇ ਤਾਂ ਉਹ ਦੂਸਰੀ ਵਾਰ ਨੋਟੀਫਿਕੇਸ਼ਨ ਕੱਢ ਕੇ ਉਹ ਪੇਪਰ ਕੰਡਕਟ ਕਰਵਾਉਂਦੇ ਆ। ਕਿ ਹੁਣ ਵੀ ਐਵੇਂ ਹੋਊਗਾ ਗਾ ਕਿ ਪੰਜਾਬ ਦਾ ਯੂਥ ਇਸੇ ਤਰ੍ਹਾਂ ਰੁਲਦਾ ਰਹੂਗਾ ਸੜਕਾਂ 'ਤੇ। ਕੋਈ ਪੰਜਾਬ ਦੀ ਓਪੋਜੀਸ਼ਨ ਪਾਰਟੀ ਨੇ ਆਵਾਜ਼ ਬੁਲੰਦ ਨਹੀਂ ਕੀਤੀ ਗੀ। ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਗਰੰਟੀਆਂ ਦੇਣ ਵਿੱਚ ਲੱਗੀ ਹੋਈ ਆ, ਪਰ ਪੰਜਾਬ ਦੇ ਯੂਥ ਵਾਸਤੇ ਉਹਨਾਂ ਨੇ ਕੁਛ ਵੀ ਨਹੀਂ ਕੀਤਾ ਗਾ, ਕਦੇ ਵੀ ਉਹਨਾਂ ਨੇ ਸਵਾਲ ਜਵਾਬ ਨਹੀਂ ਕੀਤੇ ਗੇ, ਕੋਈ ਇੱਕ ਧਰਨਾ ਜਾਂ ਸਟ੍ਰਾਈਕ ਵਗੈਰਾ ਨਹੀਂ ਕੀਤੀ ਗਈ। ETT ਮਾਸਟਰ ਸੜਕਾਂ 'ਤੇ ਡਾਂਗਾ ਖਾਂਦੇ ਰਹੇ, ਕੋਈ ਉਹਨਾਂ ਨਾਲ ਨਹੀਂ ਖੜਾ ਆ ਕੇ। ਪੰਜਾਬ ਦਾ ਤਮਾਮ ਮੀਡੀਆ ਇਲੈਕਟ੍ਰੋਨਿਕ ਪਲੱਸ ਪੇਪਰ ਆ, ਇਹ ਇੰਨੀ ਜੋਸ਼ੀਲੀ ਬਿਆਨਬਾਜ਼ੀ ਦੇ ਵਿੱਚ ਲੱਗਿਆ ਰਹਿੰਦਾ ਸਾਰਾ ਦਿਨ ਇਹਨਾਂ ਕੋਲ ਪਾਰਟੀਆਂ ਦਾ ਪ੍ਰਚਾਰ ਕਰਨ ਤੋਂ ਬਿਨਾਂ ਕੋਈ ਕੰਮ ਨਹੀਂ। ਸਭ ਤੋਂ ਪਹਿਲਾਂ ਮਜੀਠੀਆ ਇੱਕ ਮੁੱਦਾ ਬਣਿਆ ਰਿਹਾ, ਉਸ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਇੱਕ ਮੁੱਦਾ ਬਣਿਆ ਰਿਹਾ, ਸਾਰਾ ਦਿਨ ਉਹੀ ਕੁਛ ਚੱਲੀ ਜਾਂਦਾ ਸੀਗਾ। ਹੁਣ
ਕੌਣ ਲੀਡਰ ਕਿਹੜੀ ਪਾਰਟੀ ਨੂੰ ਛੱਡ ਕੇ ਜਾਂਦਾ, ਕਿੱਥੇ ਜੁਆਇਨਿੰਗ ਕਰਦਾ, ਸਾਰਾ ਦਿਨ ਆ ਕੁਛ, ਕਿੱਥੋਂ ਕਿਹਨੂੰ ਟਿਕਟ ਮਿਲਦੀ ਆ। ਪਰ ਪੰਜਾਬ ਦੇ ਯੂਥ ਦਾ ਕੀ ਬਣੂਗਾ, ਕਿਸੇ ਨੇ ਸਵਾਲ ਕੀਤਾ ਅਜੇ ਤੱਕ? ਕਿ ਇਹਨਾਂ ਨੂੰ ਫਿਰ 5 ਸਾਲ ਇੰਤਜ਼ਾਰ ਕਰਨਾ ਪਊਗਾ? ਕਿ ਇਹੋ ਜਿਹੇ ਸਵਾਲ ਮੁੱਖ ਮੰਤਰੀ ਨੂੰ ਕੀਤੇ ਆ, ਵੱਖ-ਵੱਖ ਪਾਰਟੀਆਂ ਨੂੰ ਕੀਤੇ ਆ? ਦਿੱਲੀ ਦਾ ਕਿਸਾਨੀ ਸੰਘਰਸ਼ ਚੱਲਿਆ, ਸਾਰਿਆਂ ਨੂੰ ਪਤਾ। 2020 ਦੇ ਅਖੀਰ ਦੇ ਵਿੱਚ ਜਾ ਕੇ ਪਹਿਲਾਂ ਪੰਜਾਬ ਦੇ ਵਿੱਚ, ਫਿਰ ਦਿੱਲੀ ਦੀਆਂ ਬਰੂਹਾਂ 'ਤੇ ਜਾ ਕੇ ਬੈਠ ਗਏ। ਨੌਜਵਾਨਾਂ ਦਾ ਕਿੰਨਾ ਯੋਗਦਾਨ ਆ, ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈਗਾ। ਜੇਕਰ ਨੌਜਵਾਨ ਸਾਥ ਨਾ ਦਿੰਦਾ ਤਾਂ ਜਿਹੜੇ ਕਿਸਾਨੀ ਲੀਡਰ ਆ ਪੰਜਾਬ ਦਾ, ਬਾਰਡਰ ਨਹੀਂ ਟੱਪਦੇ ਸੀਗੇ। ਇਹਨਾਂ ਦੀਆਂ ਕਿੰਨੀਆਂ ਹੀ ਮੀਟਿੰਗਾਂ ਮੁੱਖ ਮੰਤਰੀਆਂ ਨਾਲ ਹੋ ਗਈਆਂ, ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨਾਲ, ਹੁਣ ਚਰਨਜੀਤ ਚੰਨੀ ਨਾਲ, ਪਰ ਕਦੇ ਵੀ ਪੰਜਾਬ ਦੀਆਂ ਭਰਤੀਆਂ ਬਾਰੇ ਇਹਨਾਂ ਨੇ ਗੱਲ ਕਰਨੀ ਚੰਗੀ ਨਹੀਂ ਸਮਝੀ ਕਿ ਪੰਜਾਬ ਦੇ ਯੂਥ ਬਾਰੇ ਕੁਛ ਸੋਚੋ। ਪਰ ਇਹਨਾਂ ਕੋਲ ਵੀ ਟਾਈਮ ਹੈ ਨਹੀਂ ਸੀਗਾ। ਹੁਣ ਇਲੈਕਸ਼ਨ ਲੜ ਰਹੇ, ਇਹ ਪਾਰਟੀ ਬਣਾਈ ਇਹਨਾਂ ਨੇ, ਚਲੋ ਇਹਨਾਂ ਦਾ ਅਧਿਕਾਰ ਆ। ਪੰਜਾਬ ਦੀ ਇੱਕ ਪੀੜ੍ਹੀ ਪਹਿਲਾਂ ਕਾਲੇ ਦੌਰ ਨੇ ਖਾ ਲਈ, ਦੂਸਰੀ ਪੀੜ੍ਹੀ ਨਸ਼ਿਆਂ ਦੇ ਵਿੱਚ, ਅੱਧੀ ਕੁ ਹੁਣ ਵਿਦੇਸ਼ਾਂ ਨੂੰ ਤੁਰੀ ਜਾਂਦੀ ਆ। ਉਹਨਾਂ ਵਾਸਤੇ ਆਈਲੈਟਸ ਫ੍ਰੀ ਕਰਤਾ ਹੈਗਾ, ਉਹਨਾਂ ਦੀਆਂ ਫੀਸਾਂ ਫ੍ਰੀ ਕਰਤੀਆਂ ਗਾ, ਪਰ ਉਹਨਾਂ ਨੂੰ ਰੁਜ਼ਗਾਰ ਦੇਣ ਵਾਸਤੇ ਇਹਨਾਂ ਕੋਲ ਕੁਛ ਵੀ ਨਹੀਂ ਗਾ। ਹਰ ਵਾਰ ਸਾਲਾਨਾ ਬਜਟ ਇੱਕ ਪੇਸ਼ ਕੀਤਾ ਜਾਂਦਾ ਹੈਗਾ, ਹਰ ਖੇਤਰ ਲਈ ਇੱਕ ਬਕਾਇਦਾ ਫੰਡ ਰਾਖਵਾਂ ਰੱਖਿਆ ਜਾਂਦਾ ਹੈਗਾ। ਖੇਤੀਬਾੜੀ ਵਾਸਤੇ ਅਲੱਗ ਰੱਖਿਆ ਜਾਂਦਾ ਹੈਗਾ, ਇੰਡਸਟਰੀ ਵਾਸਤੇ ਅਲੱਗ ਰੱਖਿਆ ਜਾਂਦਾ ਹੈਗਾ, ਪਰ ਪੰਜਾਬ ਦੇ ਬੇਰੁਜ਼ਗਾਰੀ ਵਾਸਤੇ ਕੋਈ ਫੰਡ ਨਹੀਂ ਰੱਖਿਆ ਜਾਂਦਾ ਗਾ। ਕੋਈ ਉਹਦੇ ਵਿੱਚ ਇਹ ਨਹੀਂ ਮੈਂਸ਼ਨ ਕੀਤਾ ਜਾਂਦਾ ਕਿ ਪੰਜਾਬ ਵਿੱਚ ਕਿੰਨੀਆਂ ਵੈਕੈਂਸੀਆਂ ਖਾਲੀ ਹੈ, ਕਿੰਨੀਆਂ 1 ਸਾਲ ਦੇ ਵਿੱਚ ਪੂਰੀਆਂ ਕਰਨੀਆਂ, ਉਹਦੇ ਵਾਸਤੇ ਕਿੰਨਾ ਫੰਡ ਰਾਖਵਾਂ ਰੱਖਿਆ ਜਾਊਗਾ। ਇਹਦੇ ਬਾਰੇ ਕਦੇ ਕੋਈ ਪਾਰਟੀ ਨੇ ਸਵਾਲ ਨਹੀਂ ਖੜਾ ਕੀਤਾ ਗਿਆ। ਹਾਲਾਂਕਿ ਚਾਹੀਦਾ ਇਹ ਆ, ਜਿਸ ਦਿਨ ਵਿਧਾਨ ਸਭਾ ਦੇ ਵਿੱਚ ਬਜਟ ਸੈਸ਼ਨ ਪੇਸ਼ ਹੁੰਦਾ, ਦੱਸਣਾ ਚਾਹੀਦਾ ਕਿ 1 ਸਾਲ ਦੇ, ਆਉਣ ਵਾਲੇ 1 ਸਾਲ ਦੇ ਵਿੱਚ ਕਿੰਨੀਆਂ ਵੈਕੈਂਸੀਆਂ ਖਾਲੀ ਹੋਣਗੀਆਂ ਅਤੇ ਉਹਦੇ ਵਾਸਤੇ ਕਿੰਨਾ ਫੰਡ ਰੱਖਿਆ ਜਾਂਦਾ ਹੈਗਾ, ਅਤੇ ਉਹ ਕਦੋਂ ਕਦੋਂ ਭਰੀਆਂ ਜਾਣਗੀਆਂ 1 ਸਾਲ ਦੇ ਵਿੱਚ। ਫਿਰ 1 ਸਾਲ ਬਾਅਦ ਉਹਦੀ ਕਿਉਂ ਨਹੀਂ ਸਮੀਖਿਆ ਹੁੰਦੀ ਗੀ ਕਿ ਪੰਜਾਬ ਦਾ ਨੌਜਵਾਨ ਤੁਹਾਡੇ ਲਈ ਕੋਈ ਮੈਟਰ ਨਹੀਂ ਹੈ? ਹੁਣ 2022 ਦੇ ਇਲੈਕਸ਼ਨ ਆ ਗਏ ਵਿਧਾਨ ਸਭਾ ਦੇ, ਇਹਦੇ ਵਿੱਚ ਸਾਰੀਆਂ ਪਾਰਟੀਆਂ ਲਈ ਜਿਹੜਾ ਨੌਜਵਾਨ ਆ ਕੋਈ ਮਾਇਨੇ ਨਹੀਂ ਰੱਖਦਾ ਗਾ, ਕਿ ਉਹਦਾ ਵੋਟ ਬੈਂਕ ਕੋਈ ਮਾਇਨੇ ਨਹੀਂ ਗਾ, ਕੋਈ ਉਹਦੀ ਇੰਪੋਰਟੈਂਸ ਹੈ ਨਹੀਂ ਗੀ। ਤਾਂ ਹੁਣ ਨੌਜਵਾਨਾਂ ਨੂੰ ਕੀ ਕਰਨਾ ਚਾਹੀਦਾ ਗਾ? ਕਿ ਫਿਰ 5 ਸਾਲ ਇੰਤਜ਼ਾਰ ਕਰਨਾ ਚਾਹੀਦਾ? ਜੇਕਰ ਸਰਕਾਰ ਬਦਲਦੀ ਆ ਤਾਂ ਭਰਤੀਆਂ ਠੰਡੇ ਵਸਤ 'ਚ ਪੈਣਗੀਆਂ ਹੀ ਪੈਣਗੀਆਂ, ਕਿਉਂਕਿ ਨਵੀਂ ਸਰਕਾਰ ਇਹਨੂੰ ਇੰਨੀ ਇੰਪੋਰਟੈਂਸ ਨਹੀਂ ਦੇਊਗੀ। 1 ਸਾਲ ਤਾਂ ਪੱਕਾ ਹੀ ਆ, 1 ਸਾਲ ਤਾਂ ਉਹ ਕੁਛ ਵੀ ਨਹੀਂ ਕਰਨਗੇ। ਦੋਸਤੋ, ਮੇਰੀ ਤਾਂ ਤੁਹਾਨੂੰ ਇੱਕ ਰਾਏ ਆ ਕਿ ਇਹਦਾ ਜਾਂ ਤਾਂ ਇਹਦੇ ਲਈ ਇਕੱਠੇ ਹੋ ਕੇ ਆਪਾਂ ਸੰਘਰਸ਼ ਲੜੀਏ। ਆਪਾਂ ਨੂੰ ਇਲੈਕਸ਼ਨਾਂ ਦਾ ਕੋਈ ਮਤਲਬ ਨਹੀਂ ਗਾ, ਜਦੋਂ ਆਪਣੇ ਲਈ ਇਹ ਸੋਚਦੇ ਨਹੀਂ, ਆਪਾਂ ਕਿਉਂ ਇਹਨਾਂ ਬਾਰੇ ਸੋਚੀਏ? ਸਾਰੇ ਭਰਤੀਆਂ ਦੇ ਜਿਹੜੇ ਉਮੀਦਵਾਰ ਅਲੱਗ-ਅਲੱਗ ਤੁਰੇ ਫਿਰਦੇ ਆ, ਪੰਜਾਬ ਪੁਲਿਸ ਵਾਲੇ ਅਲੱਗ ਤੁਰੇ ਫਿਰਦੇ ਆ, ਪਟਵਾਰੀ ਅਲੱਗ ਆ, ਵਾਰਡ ਅਟੈਂਡੈਂਟ ਦੇ ਅਲੱਗ ਤੁਰੇ ਫਿਰਦੇ ਆ, ਤਾਂ ਸਾਨੂੰ ਸਾਰਿਆਂ ਨੂੰ ਪਹਿਲਾਂ ਇਕੱਠਾ ਹੋਣਾ ਪਊਗਾ ਗਾ, ਇੱਕੋ ਆਵਾਜ਼ 'ਚ ਗੱਲ ਕਰਨੀ ਪਊਗੀ। ਫਿਰ ਇਹਦੇ ਲਈ ਸਾਰਿਆਂ ਨੂੰ ਇਕੱਠਾ ਕੰਬਾਈਨਡ ਹੋ ਕੇ ਸਾਨੂੰ ਕੋਰਟ ਵੱਲ ਜਾਣਾ ਪਊਗਾ, ਹਾਈ ਕੋਰਟ ਵੱਲ।
ਸਰਕਾਰਾਂ ਤੋਂ, ਆਉਣ ਵਾਲੀਆਂ ਸਰਕਾਰਾਂ ਤੋਂ ਇਹ ਮੰਗ ਕਰਨੀ ਪਊਗੀ ਕਿ ਇਹਨੂੰ 2-3 ਮਹੀਨਿਆਂ ਦੇ ਵਿੱਚ ਇਹਨੂੰ ਮੁਕੰਮਲ ਕਰਵਾਇਆ ਜਾਵੇ। ਸਾਰੇ ਮੀਡੀਆ ਨੂੰ ਅਸੀਂ ਰਿਕੁਐਸਟ ਕਰਦੇ ਹਾਂ ਕਿ ਸਾਡੀ ਆਵਾਜ਼ ਬਣ